NKN TV ਦੇਖ ਰਹੇ ਸਰੋਤਿਆਂ ਦਾ ਸਵਾਗਤ ਹੈ। ਮੇਰੇ ਨਾਲ ਨੇ ਅੱਜ ਸਾਬਕਾ ਸਰਪੰਚ ਪੱਦੀ ਜਗੀਰ ਤੋਂ ਮਨੋਹਰ ਲੱਖਾ ਜੀ, ਜਿਨ੍ਹਾਂ ਨੇ 2 ਟਰਮ ਸਰਪੰਚ ਰਹੇ ਨੇ ਔਰ ਚੰਗੀ ਤਰ੍ਹਾਂ ਸਮਾਜ ਦੀ ਨਬਜ਼ ਨੂੰ ਜਾਣਦੇ ਨੇ। ਗੱਲ ਕਰਾਂਗੇ ਕਿ ਅੱਜ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹਦੀ ਦਿਸ਼ਾ ਕੀ ਹੈ ਅਤੇ ਦਸ਼ਾ ਕੀ ਹੈਗੀ ਆ। ਇਸ ਟੌਪਿਕ 'ਤੇ ਵਿਚਾਰ ਕਰਨ ਦੇ ਲਈ ਅਸੀਂ ਪਹੁੰਚੇ ਹਾਂ ਅੱਜ ਪੱਦੀ ਜਗੀਰ ਸਰਪੰਚ ਸਾਹਿਬ ਦੇ ਕੋਲ। ਸਰਪੰਚ ਸਾਹਿਬ, ਸਭ ਤੋਂ ਪਹਿਲਾਂ ਤਾਂ ਲਾਲ ਸਲਾਮ, ਸਤਿ ਸ਼੍ਰੀ ਅਕਾਲ। ਲਾਲ ਸਲਾਮ ਜੀ। ਪਹਿਲਾਂ ਤਾਂ ਮੈਂ ਤੁਹਾਨੂੰ NKN TV ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਕਹਿੰਦਾ, ਜਿਹੜੇ TV ਦੇਖ ਰਹੇ ਆ, ਪ੍ਰੋਗਰਾਮ ਦੇਖ ਰਹੇ ਆ, ਅਤੇ ਤੁਹਾਡਾ ਇੱਥੇ ਪਿੰਡ ਆਉਣ 'ਤੇ ਨਿਰਮਲ ਕੌਲਜ ਦਾ ਬਹੁਤ ਬਹੁਤ ਵੈਲਕਮ ਕਰਦਾ ਜੀ। ਸਰਪੰਚ ਸਾਹਿਬ, ਆਪਾਂ ਅੱਜ ਚਰਚਾ ਕਰਾਂਗੇ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈਗੀ ਆ, ਬਚਪਨ ਤੋਂ ਲੈ ਕੇ ਬੁਢੇਪੇ ਤੱਕ, ਜਾਂ ਅੱਜ ਜਿਹੜੀ ਨੌਜਵਾਨ ਪੀੜ੍ਹੀ ਅੱਜ ਦੀ ਜਿਹੜੀ ਮੌਜੂਦਾ ਹਾਲਾਤਾਂ ਦੇ ਵਿੱਚ ਹੈਗੀ ਆ, ਉਹਦੀ ਦਸ਼ਾ ਕੀ ਹੈਗੀ ਆ ਅਤੇ ਦਿਸ਼ਾ ਕੀ ਹੈਗੀ ਆ। ਜਿਹੜੀ ਦਸ਼ਾ ਤੋਂ ਭਾਵ ਇਹ ਆ ਵੀ ਉਹ ਕਿੱਦਾਂ ਦੀ ਸਥਿਤੀ 'ਚ ਗੁਜ਼ਰ ਰਹੇ ਨੇ, ਦਿਸ਼ਾ ਉਹਨਾਂ ਦੀ ਜਿਹੜੀ ਅੱਜ ਕਿਸ ਦਿਸ਼ਾ ਵੱਲ ਜਾ ਰਹੇ ਨੇ। ਜਿਵੇਂ ਅਸੀਂ ਦੇਖ ਰਹੇ ਹਾਂ ਕਿ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਬਹੁਤ ਅੱਜ ਪੰਜਾਬ ਦੀ ਜਿਹੜੀ ਲਗਭਗ ਇੱਕ ਘਰ ਛੱਡ ਕੇ ਜੇ ਕਹਿ ਲਈਏ ਤੀਜਾ ਘਰ ਜਿਹੜਾ ਹੈ ਉਹ ਨਸ਼ਈ ਜ਼ਰੂਰ ਕੋਈ ਨਾ ਕੋਈ ਨੌਜਵਾਨ ਹੈਗਾ ਆ। ਸਰਕਾਰੀ ਅੰਕੜੇ ਵੀ ਦੱਸਦੇ ਨੇ, ਸਭ ਲੋਕ ਚੰਗੀ ਤਰ੍ਹਾਂ ਜਾਣਦੇ ਨੇ। ਅਸਲ ਦੇ ਵਿੱਚ ਇਹ ਮਾੜੀ ਸੰਗਤ ਵੱਲੋਂ ਜਿਹੜੀ ਨੌਜਵਾਨ ਪੀੜ੍ਹੀ ਕਿਉਂ ਜਾ ਰਹੀ, ਕੀ ਕਾਰਨ ਸਮਝਦੇ ਤੁਸੀਂ? ਇਹਦੇ ਵਿੱਚ ਪਹਿਲਾਂ ਤਾਂ ਸਰਕਾਰਾਂ ਨੂੰ ਮੈਂ ਤਾਂ ਕਹਿ ਸਕਦਾ ਹਾਂ ਕਿ ਜੇ ਸਰਕਾਰਾਂ ਚਾਹੁੰਦੀਆਂ ਜਿਹੜੀ ਸਕੂਲਾਂ ਦੇ ਵਿੱਚ ਜਿਹੜੀ ਵਿੱਦਿਆ ਸਹੀ ਦਿਸ਼ਾ ਦਿੱਤੀ ਜਾਂਦੀ ਬੱਚਿਆਂ ਨੂੰ, ਸਕੂਲ ਦੇ ਵਿੱਚ ਪੜ੍ਹਾਈ ਵਧੀਆ ਹੁੰਦੀ, ਅਤੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਅੱਜ ਉਹ ਜਿਹੜੀ ਅੱਜ ਰਾਹੇ ਪਈ ਆ ਉਹ ਨਾ ਪੈਂਦੀ। ਉਹਦੇ ਨਾਲ ਦੂਜਾ ਸਮਾਜ ਦੇ ਵਿੱਚ ਵੀ ਜੋ ਜਿੱਦਾਂ ਸਕੂਲ ਹੈਗੇ ਆ, ਸਕੂਲ ਦੇ ਉਨੇ ਪਿੰਡਾਂ ਦੇ ਵਿੱਚ ਸਕੂਲ ਨਹੀਂ ਹੈਗੇ ਪੰਜਾਬ ਦੇ ਵਿੱਚ ਜਿੰਨੇ ਪਿੰਡਾਂ ਦੇ ਵਿੱਚ ਠੇਕੇ ਖੁੱਲ੍ਹੇ ਆ। ਜੋ ਹਾਲਾਤ ਹੈਗੇ ਇਸ ਟਾਈਮ ਨਸ਼ੇ ਦੇ ਵੱਲ ਨੂੰ, ਨਸ਼ੇ ਦਾ ਜਿਹੜਾ ਦੌਰ ਤਾਂ ਵੱਧ ਰਿਹਾ ਹੈਗਾ ਕਿ ਜਿਹੜੀ ਚੀਜ਼ ਆਪਾਂ ਨੂੰ ਨਹੀਂ ਮਿਲਦੀ ਉਹ ਤਾਂ ਬੰਦਾ ਦੂਰੋਂ ਲੈਣ ਜਾਊਗਾ। ਠੇਕੇ ਘਰ ਖੁੱਲ੍ਹੇ ਆ, ਸਾਰੇ ਪਿੰਡਾਂ ਦੇ ਵਿੱਚ ਠੇਕੇ ਖੁੱਲ੍ਹੇ ਆ, ਉਹਦੇ ਕਰਕੇ ਜਿਹੜੇ ਲੋਕੀ ਆ ਨੌਜਵਾਨ ਨਸ਼ੇ ਵੱਲ ਜ਼ਿਆਦਾ ਜਾ ਰਹੇ ਆ। ਸਰਪੰਚ ਸਾਹਿਬ, ਜਿਵੇਂ ਸ਼ਰਾਬ ਦਾ ਨਸ਼ਾ ਜਿਹੜਾ ਹੈ ਉਹ ਵੀ ਤਾਂ ਕਰਦੇ ਆ, ਬਹੁਤ ਦੁਨੀਆ ਕਰਦੀ ਹੈਗੀ ਆ, ਬਹੁਤ ਜ਼ਿਆਦਾ ਪਰਸੈਂਟ ਉਹਦੀ ਹੈਗੀ ਆ, ਪਰ ਇਹਨੂੰ ਹਟ ਕੇ ਜਿਵੇਂ ਹੋਰ ਜਿਹੜੇ ਬਹੁਤ ਸਾਰੇ ਨਸ਼ੇ ਜਿਹੜੇ ਇਹ ਪੁਰਾਣੇ ਸਮਿਆਂ ਦੀ ਭੂਕੀ ਗਿਣੀ ਜਾਂਦੀ ਸੀਗੀ, ਭੂਕੀ ਤੋਂ ਲੈ ਕੇ ਅੱਜ ਚਿੱਟਾ ਜਾਂ ਤਰ੍ਹਾਂ ਦੇ ਨਸ਼ੇ, ਮੈਡੀਸਨ ਵੀ, ਇੰਜੈਕਸ਼ਨ ਵੀ, ਦਵਾਈਆਂ ਵੀ ਲਈ ਜਾਂਦੇ ਨੇ, ਜਾਂ ਜਰਦਾ ਤੰਬਾਕੂ ਬੀੜੀਆਂ ਤੋਂ ਲੈ ਕੇ ਕੀ ਨਸ਼ਾ ਜਿਹੜਾ ਖੇਸਵਾ ਕਿਹੜੀ ਹੈ ਜਿਹੜੀ ਨੌਜਵਾਨ ਨਹੀਂ ਖਾਂਦੇ, ਇਹ ਕਿਵੇਂ ਬਚਾਇਆ ਜਾ ਸਕਦਾ? ਇਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ? ਇਹਦੇ ਲਈ ਤਾਂ ਸਰਕਾਰਾਂ, ਜੇ ਆਪਾਂ ਕਹਿੰਦੇ ਜਿੱਦਾਂ ਹੁਣ ਮੰਨ ਲਓ ਲੋਕਡਾਊਨ ਚੱਲ ਰਿਹਾ, ਸਰਕਾਰਾਂ ਨੇ ਬਿਲਕੁਲ ਕੰਟਰੋਲ ਕੀਤਾ। ਜੇ ਨਸ਼ੇ ਨੂੰ ਵੀ ਕੰਟਰੋਲ ਕਰਨਾ ਚਾਹਵੇ ਸਰਕਾਰ ਦੇ ਹੱਥ ਵਿੱਚ ਸਾਰਾ ਕੁਝ ਹੈਗਾ, ਉਹ ਕਰ ਸਕਦੀ ਆ। ਇਹਦਾ ਮਤਲਬ ਉਹ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਨਹੀਂ ਬਚਾਉਣਾ ਚਾਹੁੰਦੇ ਕਰਕੇ ਸਾਰੇ, ਜਿੱਦਾਂ ਹੁਣ ਤੁਸੀਂ ਦੇਖਦੇ ਆ ਲੋਕਡਾਊਨ ਦੇ ਵਿੱਚ ਵੀ ਅੱਜ ਕੱਲ੍ਹ ਨੋਟ ਕੀਤਾ ਹੋਣਾ ਤੁਸੀਂ, ਬਾਜ਼ਾਰ ਬੰਦ ਆ, ਸਾਰਾ ਕੁਝ ਬੰਦ। ਜਿਹੜੇ ਠੇਕੇ ਸ਼ਰਾਬ ਦੇ ਆ 10 ਵਜੇ ਤੱਕ ਖੁੱਲ੍ਹੇ ਰਹਿੰਦੇ ਆ, ਠੀਕ ਆ। ਸਰਕਾਰ ਚਾਹਵੇ ਨਸ਼ਾ ਸ਼ਰਾਬ ਵੀ ਬੰਦ ਹੋ ਸਕਦੀ ਆ, ਡੋਡੇ ਭੁੱਕੀ ਜੋ ਵੀ ਬੰਦ ਹੋ ਰਹੀਆਂ। ਇਹਦੇ ਵਿੱਚ ਸਰਕਾਰਾਂ ਹੀ ਦੋਸ਼ੀ ਹੈਗੀਆਂ ਜਿਹੜੀਆਂ ਨਸ਼ਾ ਵਿਕਾਉਂਦੀਆਂ, ਚਿੱਟਾ ਵਿਕਾਉਂਦੀਆਂ। ਸ਼ਰੇਆਮ ਸਾਰਿਆਂ ਨੂੰ ਪਤਾ ਵੀ ਸਰਕਾਰਾਂ ਦੀ ਸ਼ਹਿ 'ਤੇ ਵਿਕ ਰਿਹਾ। ਕੀ ਲੱਗਦਾ ਕਿ ਨਸ਼ੇ ਵਿਕਣੋਂ ਹਟਣੇ ਨਹੀਂ ਹੈਗੇ? ਸ਼ਰਾਬ ਵੀ ਸਰਕਾਰ ਨੇ ਦੀਦਾ ਹੀ ਹੈ ਕਿ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ, ਚੱਲਦੀ ਰਹਿਣੀ, ਕੋਈ ਹਾਲਾਤ ਇੱਦਾਂ ਦੇ ਬਣਦੇ ਦੀਦੇ ਨਹੀਂ ਹੈ। ਜਿਹੜੀ ਨੌਜਵਾਨ ਪੀੜ੍ਹੀ ਹੈ ਆਪ ਇਸ ਨਿਆਮਤ ਤੋਂ ਬਚ ਕੇ, ਇਹ ਨਸ਼ਿਆਂ ਤੋਂ ਬਚ ਕੇ ਦੂਰ ਕਿਵੇਂ ਰਹਿਣ? ਨੌਜਵਾਨ ਪੀੜ੍ਹੀ ਜਿਹੜੀ ਆ ਉਹਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਨੌਜਵਾਨ ਪੀੜ੍ਹੀ ਜਿਹੜੀ ਹੈਗੀ ਆ, ਇਹ ਜੋ ਅੱਜ ਕੱਲ੍ਹ ਆਪਣੇ ਕਲਾਕਾਰ ਗਾਣੇ ਵੀ ਗਾ ਰਹੇ ਆ ਨਾ, ਕਲਾਕਾਰ ਜਿਹੜੇ ਗਾਣੇ ਗਾਉਂਦੇ ਆ ਉਹ ਗਥੇਲੋ ਗਾਣੇ, ਚੱਕ ਲਓ ਰੱਖ ਲਓ ਵਾਲੇ ਆ, ਬੰਦੂਕਾਂ ਵਾਲੇ ਆ, ਦਾਰੂਆਂ ਵਾਲੇ ਆ, ਚਿੱਟਾ ਵਾਲੇ ਆ ਨਾ। ਇਹ ਨਸ਼ੇ ਜਿਹੜੇ ਗਾਣੇ ਆ, ਜਿਹੜੀ ਨੌਜਵਾਨ ਪੀੜ੍ਹੀ ਆ ਗਾਣੇ ਸੁਣ ਕੇ ਨਵੀਂ ਜਿਹੜੀ ਜਨਰੇਸ਼ਨ ਆ ਉਹ 'ਤੇ ਬੜਾ ਪ੍ਰਭਾਵ ਹੁੰਦੇ ਆ। ਜਿਹੜੇ ਕਲਾਕਾਰ ਉਹਨਾਂ ਨੂੰ ਵੀ ਚਾਹੀਦਾ ਕੋਈ ਜਿਹੜੇ ਵਧੀਆ ਗੀਤ ਗਾਣ, ਕੋਈ ਭੈਣ ਭਰਾ ਦੇ ਗਾਣ, ਮਾਂ ਦੇ ਗਾਣ, ਜਿਹਦੇ ਨਾਲ ਕੋਈ ਬੱਚੇ ਨੂੰ ਸੇਧ ਮਿਲ ਸਕੇ। ਜਿਹੜੇ ਗਾਣੇ ਇੱਦਾਂ ਦੇ ਹੈਗੇ ਆ ਕਿ ਜਿਹਦੇ ਨਾਲ ਚੱਕ ਲਓ ਰੱਖ ਲਓ ਵਾਲੇ ਆ, ਰਫਲਾਂ ਵਾਲੇ ਗਾਣੇ ਆ, ਉਹਦੇ ਨਾਲ ਜਿਹੜੀ ਸਾਡੀ ਨਵੀਂ ਜਨਰੇਸ਼ਨ ਆ ਉਹ ਵਾਕਿਆ ਹੀ ਉਹਨਾਂ ਦਾ ਮਾਹੌਲ ਖ਼ਰਾਬ ਹੋ ਰਿਹਾ, ਉਸ ਤਰ੍ਹਾਂ ਦੇ ਕੰਮ ਕਰ ਰਹੇ ਆ, ਅਤੇ ਉਹਦੇ ਤਹਿਤ ਹੀ ਸਾਰਾ ਕੁਛ ਹੋ ਰਿਹਾ। ਅਤੇ ਮੈਂ ਕਲਾਕਾਰ ਵੀਰਾਂ ਨੂੰ ਬੇਨਤੀ ਕਰਦਾ ਕਿ ਜਿੱਥੇ ਇਹ ਗਾਣੇ ਇੱਦਾਂ ਦੇ ਵੀ ਗਾਉਂਦੇ ਹੈਗੇ ਆ, ਨਸ਼ੇ ਵਾਲੇ ਗਾ ਰਹੇ ਆ, ਦਾਰੂ ਪੀ ਕੇ ਬਾਂਹ ਫੜਨੀ ਆ, ਜੋ ਕੁਛ ਵੀ ਕਰਨਾ, ਮੈਂ ਕਿਸੇ ਦਾ ਨਾਮ ਨਹੀਂ ਲਵਾਂਗਾ, ਜਾਂ ਰਫਲਾਂ ਵਾਲੇ ਗਾਣੇ ਆ, ਉੱਦਾਂ ਦੇ ਗਾਣੇ ਛੱਡ ਕੇ ਦੇਸ਼ ਭਗਤੀ ਦੇ ਗਾਣੇ ਗਾਣੇ ਚਾਹੀਦੇ ਆ। ਸਾਡੇ ਸ਼ਹੀਦ ਭਗਤ ਸਿੰਘ ਜੀ ਹੋਏ ਆ, ਉਹਨਾਂ ਦੀਆਂ ਵਾਰਾਂ ਗਾਣੀਆਂ ਚਾਹੀਦੀਆਂ, ਜੋ ਉਹਨਾਂ ਦੀ ਸ਼ਹੀਦੀ ਹੋਈ ਉਹਦੇ 'ਤੇ ਧਿਆਨ ਦੇਣਾ ਚਾਹੀਦਾ, ਲੋਕਾਂ ਨੂੰ ਪਹਿਰਾ ਦੇਣਾ ਚਾਹੀਦਾ, ਨਾ ਕਿ ਇੱਦਾਂ ਦੇ ਲੱਚਰ ਗਾਣੇ ਗਾਣੇ ਚਾਹੀਦੇ ਆ ਜਿਨ੍ਹਾਂ ਨੂੰ ਦੇਖ ਕੇ ਮੰਡੀਰ ਦਾ ਸਿਸਟਮ ਖਰਾਬ ਹੁੰਦਾ ਹੈ। ਇਹ ਜਿਹੜਾ ਸਾਡਾ ਪੰਜਾਬ ਹੈ, 5 ਦਰਿਆਵਾਂ ਦੀ ਧਰਤੀ, 6ਵਾਂ ਦਰਿਆ ਵਗਦਾ ਇਸ ਵੇਲੇ ਇੱਥੇ ਨਸ਼ਿਆਂ ਦਾ, ਅਤੇ ਇਹ ਗੁਰੂਆਂ, ਪੀਰਾਂ, ਫਕੀਰਾਂ ਅਤੇ ਯੋਧਿਆਂ ਦੀ ਧਰਤੀ ਕਿਹਾ ਜਾਂਦਾ ਹੈਗਾ। ਅਤੇ ਪੰਜਾਬ ਦੇ ਵਿੱਚ ਪ੍ਰਚਾਰ ਵੀ ਬਹੁਤ ਹੈ ਧਰਮਾਂ ਦਾ। ਹਰ ਪਿੰਡ ਹੈ, ਉਹ ਹਰੇਕ ਪਿੰਡ ਦੇ ਵਿੱਚ ਬਹੁਤ ਸਾਰੇ ਗੁਰੂ ਘਰ ਹੈਗੇ ਨੇ, ਹਰ ਤਰ੍ਹਾਂ ਦੇ ਹੈਗੇ ਨੇ। ਫਿਰ ਵੀ ਲੋਕ ਕੁਸੰਗਤ ਦੇ ਵਿੱਚ, ਮਾੜੀ ਸੰਗਤ ਵਿੱਚ ਨੌਜਵਾਨ ਪੀੜ੍ਹੀ ਖਾਸ ਕਰਕੇ ਇਹ ਜਾ ਰਹੀ ਹੈ। ਕੀ ਕਹਿਣਾ ਚਾਹੋਗੇ? ਉਹ ਜਿਹੜੇ ਸਾਡੇ ਧਾਰਮਿਕ ਆਗੂ ਹੈਗੇ ਨੇ ਉਹਨਾਂ ਨੇ ਸਹੀ ਦਿਸ਼ਾ ਨਹੀਂ ਦਿੱਤੀ ਧਾਰਮਿਕ ਗ੍ਰੰਥਾਂ ਦੇ ਮੁਤਾਬਕ। ਇਹਦੇ ਵਿੱਚ ਜਿਹੜੇ ਆਪਣੇ ਕੋਈ ਵੀ ਜਿਹੜਾ ਵੀ ਧਰਮ ਨੂੰ ਕੋਈ ਮੰਨਦਾ ਆ, ਚਾਹੇ ਕਿਸੇ ਵੀ ਧਰਮ ਨੂੰ ਮੰਨਦਾ, ਮੈਂ ਧਰਮ ਦਾ ਨਾਂ ਨਹੀਂ ਲਊਂਗਾ, ਉਹਦੇ ਜਿਹੜੇ ਮੋਢੀ ਹੈਗੇ ਆ ਉਹਨੇ ਸਹੀ ਦਿਸ਼ਾ ਨਹੀਂ ਦਿੱਤੀ।
ਜੇ ਗੁਰਬਾਣੀ ਵੱਲ ਨੂੰ ਨਹੀਂ ਤੋਰਿਆ, ਉਹਨੇ ਆਪਣੇ ਡੇਰੇ ਤੱਕ ਮੁਤਾਬਕ ਰੱਖਿਆ ਵੀ ਸਾਡੇ ਡੇਰੇ ਤੱਕ ਇਹ ਬੰਦਾ ਆਵੇ। ਜੇ ਉਹਨੂੰ ਗੁਰਬਾਣੀ ਸਹੀ ਸੇਧ ਦੱਸਦਾ, ਉਹਦਾ ਸਹੀ ਪੱਖ ਦੱਸਦੇ, ਤੇ ਜਿਹੜੀ ਨੌਜਵਾਨ ਪੀੜ੍ਹੀ ਆ ਇਹ ਅੱਜ ਕਿਤੇ ਨਾ ਕਿਤੇ ਜਾ ਸਕਦੀ ਸੀਗੀ। ਠੀਕ ਆ, ਉਹ ਜਿਹੜੇ ਬਾਬੇ ਉਹ ਸਿਰਫ ਆਪਣੇ ਡੇਰੇ ਤੱਕ ਸੀਮਤ ਰੱਖਣ ਕਰਕੇ ਹੀ ਵੀ ਸਾਡੇ ਡੇਰੇ ਦੇ ਸ਼ਰਧਾਲੂ ਹੀ ਰਹਿਣ, ਉਨੇ ਕੇ ਘੇਰੇ ਦੇ ਵਿੱਚ ਰਹਿਣਾ ਚਾਹੁਣ, ਇਸ ਕਰਕੇ ਉਹਨਾਂ ਨੂੰ ਸਹੀ ਦਿਸ਼ਾ ਨਹੀਂ ਦਿੱਤੀ। ਜ਼ਿਆਦਾ ਕਰਕੇ ਆਪਣੇ ਆਪ ਨੂੰ ਮੱਥਾ ਟਿਕਾਈ ਗਏ ਹੁਣ ਤੱਕ। ਤੇ ਬਾਣੀ ਦੇ ਵਿੱਚ ਲਿਖਿਆ ਕੀ ਹੈ? ਬਾਣੀ ਤਾਂ ਹਰ ਇਨਸਾਨ ਨੂੰ ਕਹਿੰਦੀ ਆ ਕਿ ਜਾਂ ਰੱਬ ਦਾ ਨਸ਼ਾ ਕਰੋ, ਜਾਂ ਆਪਣੀ ਮਿਹਨਤ ਦਾ ਨਸ਼ਾ ਕਰੋ, ਜਾਂ ਆਪਣੀ ਤਰੱਕੀ ਦਾ ਨਸ਼ਾ ਕਰੋ, ਜਾਂ ਆਪਣੀ ਖੇਡਾਂ ਦੇ ਉੱਤੇ ਜਿਹੜੀ ਸਾਡੀ ਤਰੱਕੀ ਆ ਉਹਦਾ ਨਸ਼ਾ ਕਰੋ। ਪਰ ਇਹ ਸਾਨੂੰ ਬਾਣੀ ਪੈਰ ਪੈਰ ਤੇ ਸਾਨੂੰ ਰਸਤਾ ਦੱਸਦੀ ਹੈ। ਪਰ ਇਹ ਧਾਰਮਿਕ ਆਗੂ ਸਹਿਬਾਨ ਜਿਹੜੇ ਆ ਉਹਨਾਂ ਨੇ ਨਾ ਦੱਸਣ ਕਰਕੇ ਵੀ ਸਾਨੂੰ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਕੁਰਾਹੇ ਪਈ ਆ। ਬਿਲਕੁਲ ਕੁਰਾਹੇ ਪਈ ਆ। ਜਿਹੜੇ ਨੌਜਵਾਨ ਜਿਹੜੇ ਆਪਣੇ ਹੈਗੇ ਯਾਰ ਧਾਰਮਿਕ ਡੇਰਿਆਂ ਦੇ ਆਗੂ ਹੈਗੇ ਆ, ਉਹ ਚਾਹੁੰਦੇ ਨਹੀਂ ਵੀ ਸਾਡੀ ਨੌਜਵਾਨ ਪੀੜ੍ਹੀ ਲੈ ਕੇ ਅਗਾਂਹ ਪੜ੍ਹ ਕੇ ਕਿਤੇ ਪਾਸੇ ਜਾ ਸਕੇ। ਉਹ ਸਿਰਫ ਡੇਰਿਆਂ ਤੱਕ ਡਿਪੈਂਡ ਰੱਖਣਾ ਚਾਹੁੰਦੇ ਲੋਕਾਂ ਨੂੰ, ਵੀ ਟਰਾਲੀਆਂ ਭਰ ਕੇ ਸੰਗਤਾਂ ਨੂੰ ਲਈ ਆਉਣ, ਸਾਡੇ ਗੁਣਗਾਨ ਗਾਈ ਜਾਣ। ਇਸ ਕਰਕੇ ਜਿਹੜੀ ਸਹੀ ਸੇਧ ਨਹੀਂ ਕਿਤੇ ਨੂੰ ਮਿਲ ਰਹੀ ਹੈ। ਸਰਪੰਚ ਸਾਹਿਬ, ਜਿਵੇਂ ਸਭ ਨੂੰ ਪਤਾ ਹੈ ਕਿ ਸਰਕਾਰਾਂ ਦੇ ਜੇ ਚਾਹੁਣ ਤਾਂ ਸਾਰਾ ਕੁਝ ਕੰਟਰੋਲ ਕੀਤਾ ਜਾ ਸਕਦਾ, ਪੱਤਾ ਨਹੀਂ ਹਿਲ ਸਕਦਾ। ਪਰ ਇਹ ਵੀ ਹੈ, ਲੋਕਾਂ ਨੂੰ ਵੀ ਪਤਾ ਕਿ ਇਹ ਗੀਤ ਵੀ ਬਹੁਤ ਸਾਰੇ ਇਦਾਂ ਦੇ ਆਏ ਨੇ ਵੀ ਸਰਕਾਰਾਂ ਚਿੱਟਾ ਬਕਾਉਂਦੀਆਂ, ਨਸ਼ੇ ਬਕਾਉਂਦੀਆਂ। ਤੁਸੀਂ ਵੀ ਕਿਹਾ ਹੈਗਾ, ਲੋਕ ਸਾਰੇ ਗੁੱਗਾ ਗਾਉਂਦੇ ਨੇ। ਜਿਹੜੀਆਂ ਸਰਕਾਰਾਂ ਚਲਾਉਣ ਵਾਲੇ ਲੀਡਰ ਸਾਹਿਬਾਨ ਨੇ, ਇਸੇ ਕਰਕੇ ਸੰਵਿਧਾਨਕ ਸਾਡੇ ਕੋਲ ਹੱਕ ਹੈ ਕਿ ਜੇ ਉਹ ਲੀਡਰ ਜਿਹੜਾ ਅੱਛਾ ਕੰਮ ਨਹੀਂ ਕਰਦਾ ਤਾਂ 5 ਸਾਲ ਬਾਅਦ ਇਹਨੇ ਫਿਰ ਸਾਡੇ ਕੋਲ ਆਉਣਾ ਹੈਗਾ। ਚੌਂਤਿਆਂ ਤੇ ਥੜਿਆਂ ਤੇ ਜਦੋਂ ਵੋਟਾਂ ਮੰਗਦੇ ਨੇ ਲੋਕ, ਫਿਰ ਸਵਾਲ ਕਿਉਂ ਨਹੀਂ ਕਰਦੇ? ਜਦ ਕਿ ਜਿਨ੍ਹਾਂ ਦੇ ਪੁੱਤ ਇਹ ਨਸ਼ੇ ਦੇ ਨਾਲ ਮਰੇ ਹੁੰਦੇ ਨੇ, ਘਰ ਦੇ ਵਿੱਚ ਨਸ਼ਈ ਹੁੰਦੇ ਨੇ, ਘਰ ਦਾ ਸਾਰਾ ਤਬਾਹ ਹੋਇਆ ਹੁੰਦਾ, ਮੁਹੱਲਾ ਨਰਕ ਬਣਿਆ ਹੁੰਦਾ, ਲੋਕ ਫਿਰ ਵੀ ਉਹਨਾਂ ਲੀਡਰਾਂ ਨੂੰ ਸਵਾਲ ਕਿਉਂ ਨਹੀਂ ਕਰਦੇ? ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਵਿੱਚ? ਮੈਂ ਤਾਂ ਇਹ ਕਹੂੰਗਾ ਵੀ ਜਿਹੜੇ ਸਾਡੇ ਨੌਜਵਾਨ ਪੀੜ੍ਹੀ ਹੈ ਨਾ, ਇਹਨਾਂ ਨੂੰ ਕੁਛ ਨਹੀਂ ਦਿੰਦਾ ਇਸ ਟਾਈਮ। ਕਿ ਉਹ ਇੱਕ ਤਾਂ ਜਿਹੜੀ ਪੜ੍ਹਾਈ ਹੈਗੀ ਸਾਡੀ ਸੀਮਤ ਰਹਿ ਗਈ ਹਾਈ ਸਕੂਲਾਂ ਤੱਕ। ਤੁਹਾਨੂੰ ਪਤਾ ਹਾਈ ਸਕੂਲਾਂ ਦੀ ਪੜ੍ਹਾਈ ਕਿੰਨੀ ਕੁ ਹੈਗੀ ਆ। ਉਹਨਾਂ ਨੂੰ ਆਪਣੇ ਹੱਕ ਲਈ ਜਾਂ ਕਿਸੇ ਪੱਖ ਲਈ ਲੜਨ ਲਈ ਇੰਨਾ ਨਹੀਂ ਪਤਾ ਹੈਗਾ, ਨਹੀਂ ਨੌਲੇਜ ਹੈਗੀ ਕਿ ਅਸੀਂ ਉੱਠ ਕੇ ਕਿਸੇ ਵੀ, ਜਦ ਕਿ ਲੀਡਰ ਜਿਹੜਾ ਅਸੀਂ ਬਣਾਇਆ ਨਾ, ਅਸੀਂ ਉਹਨੂੰ ਪੁੱਛ ਸਕਦੇ ਹਾਂ ਅਗਲੀ ਵਾਰ ਇਹਨੂੰ ਜਿਹੜੇ ਸਾਡੇ ਨਾਲ ਵਾਅਦੇ ਕੀਤੇ, ਵਾਅਦੇ ਕਿਉਂ ਨਹੀਂ ਪੂਰੇ ਕੀਤੇ, ਜਾਂ ਕੁਝ ਵੀ ਪੁੱਛਦੇ ਨੇ। ਇੱਦਾਂ ਦਾ ਕੋਈ ਹੱਕ ਰੱਖਦੇ ਨਹੀਂ, ਬੰਦਾ ਕੋਈ ਪੁੱਛਦਾ ਨਹੀਂ। ਜੇ 1-2% ਰੱਖਦੇ ਆ ਤਾਂ ਉਹਦਾ ਬਿੰਦ ਵਿਰੋਧ ਕਰਦੇ ਲੋਕੀ। ਠੀਕ ਨਹੀਂ? ਅੱਜ ਕੱਲ੍ਹ ਜਿਹੜੀਆਂ ਸਰਕਾਰਾਂ ਹੈਗੀਆਂ, ਮੌਕੇ 'ਤੇ ਤੁਹਾਨੂੰ ਪਤਾ ਇੱਕ ਸਰਕਾਰ ਜਾਂਦੀ ਦੂਜੀ ਆਉਂਦੀ ਆ, ਤੇ ਉਹਨੀ ਤਾਂ ਵਾਰੀ ਬੰਨੀ ਹੋਈ ਆ। ਠੀਕ ਆ, ਚਾਹੇ ਨਸ਼ੇ ਦੇ ਕੇ ਲੈ ਜਾਣ, ਜੋ ਮਰਜ਼ੀ ਆ। ਇਹ ਜਿੰਨਾ ਚਿਰ ਇਹ 2 ਸਰਕਾਰਾਂ ਰਹਿਣੀਆਂ, ਇਹੀ ਦੋਨੇ ਸਰਕਾਰਾਂ ਰਹੂਗੀਆਂ, ਉਹਨਾਂ ਚਿਰ ਮੇਰੇ ਹਿਸਾਬ ਨਾਲ ਤਾਂ ਨਹੀਂ ਬਦਲਾਅ ਹੋ ਸਕਦਾ ਇਸ ਚਾਹੀਏ ਦੇ ਵਿੱਚ। ਨਹੀਂ, ਮੈਂ ਇਹ ਗੱਲ ਕੀਤੀ ਸੀਗੀ ਕਿ ਦੇਖੋ, ਲੋਕਤੰਤਰ ਹੈ, ਲੋਕਾਂ ਦੁਆਰਾ ਲੋਕਾਂ ਨੇ ਸਰਕਾਰ ਬਣਾਉਣੀ ਹੁੰਦੀ ਆ, ਲੋਕਾਂ ਦੇ ਵਾਸਤੇ ਉਹਨਾਂ ਨੇ ਕੰਮ ਕਰਨੇ ਹੁੰਦੇ ਆ। ਜੇ ਚੰਗਾ ਕੰਮ ਨਹੀਂ ਕਰਦੇ, ਲੋਕਾਂ ਕੋਲ ਫਿਰ ਪਾਵਰ ਹੁੰਦੀ ਆ ਕਿ ਉਹ ਦੁਬਾਰਾ ਫਿਰ ਅਗਲੀ ਵਾਰ ਉਹ ਬਦਲ ਸਕਦੇ ਨੇ, ਜਾਂ ਉਹ ਸਵਾਲ ਜਵਾਬ ਕਰ ਸਕਦੇ ਨੇ। ਲੋਕਾਂ ਦੇ ਵਿੱਚ ਇੰਨੀ ਹਿੰਮਤ ਕਿਉਂ ਨਹੀਂ ਆ ਸਕੀ ਹਾਲੇ, ਜਦ ਕਿ 21ਵੀਂ ਸਦੀ ਹੈ, ਲੋਕ ਪੜ੍ਹੇ ਲਿਖੇ ਨੇ। ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ, ਉਹ ਤਾਂ ਪੜ੍ਹ ਲਿਖ ਕੇ ਹਰ ਤਰ੍ਹਾਂ ਦਾ ਸਵਾਲ ਕਰ ਸਕਦੀ ਹੈ। ਇੰਟਰਨੈੱਟ ਤੇ ਗੂਗਲ ਦੇ ਉੱਤੇ ਹਰ ਚੀਜ਼ ਨੂੰ ਸਰਚ ਕਰਦੇ ਆ, ਬਹੁਤ ਬੁੱਧੀਮਾਨ ਨੇ। ਕਿੰਨਾ ਉਹ ਨੰਬਰ ਲੈ ਕੇ, ਕਿੰਨੀ ਟਫ ਪੜ੍ਹਾਈ ਕਰਕੇ ਅੱਜ ਉਹ ਬੱਚੇ ਕਿੱਥੇ ਤੱਕ ਪਹੁੰਚੇ ਨੇ। ਪਰ ਉਹ ਪੰਜਾਬ ਦੇ ਹਾਲਾਤ ਜਾਂ ਨੌਜਵਾਨਾਂ ਦੀ ਜਿਵੇਂ ਦਸ਼ਾ ਤੇ ਦਿਸ਼ਾ ਦੀ ਆਪਾਂ ਗੱਲ ਕਰ ਰਹੇ ਹਾਂ, ਉਹ ਪਿੰਡ ਆਏ ਲੀਡਰ ਸਾਹਿਬਾਨਾਂ ਨੂੰ ਕਿਉਂ ਨਹੀਂ ਪੁੱਛਦੇ ਹੈਗੇ? ਖਾਸ ਕਰਕੇ ਨੌਜਵਾਨ ਪੀੜ੍ਹੀ ਜਿਹੜੇ ਪੜ੍ਹੇ ਲਿਖੇ ਨੇ। ਕਿ ਹਰ ਇੱਕ ਪਿੰਡ ਵਿੱਚ 2-4 ਚੌਧਰੀ ਹੁੰਦੇ ਆ ਜਿਹੜੇ ਲੀਡਰਾਂ ਦੇ ਨਾਲ ਘੁੰਮਦੇ ਹੁੰਦੇ। ਉਹਨੇ ਕਿਸੇ ਨੂੰ ਵੀ ਮੌਕਾ ਨਹੀਂ ਦਿੱਤਾ ਹੁੰਦਾ ਕਿ ਉਹ ਕੁਝ ਪੁੱਛ ਕੇ ਆਪਣੀ ਗੱਲ ਅੱਗੇ ਰੱਖ ਸਕਣ। ਪਰ ਸੋਸ਼ਲ ਮੀਡੀਆ ਕਰਕੇ ਲੋਕੀ ਅੱਜ ਕੱਲ੍ਹ ਬਹੁਤ ਐਡਵਾਂਸ ਹੋ ਚੁੱਕੇ ਆ। ਤੁਹਾਨੂੰ ਪਤਾ ਵੀ ਆ, ਪਿਛਲੀ ਵਾਰ ਇਲੈਕਸ਼ਨ ਦੇ ਵਿੱਚ ਇਕੱਲੀ ਗੱਲ ਦਾ ਪੁੱਛਿਆ, ਹਰਸਿਮਰਤ ਕੌਰ ਬਾਦਲ ਨੂੰ ਲੋਕਾਂ ਨੇ ਕੁਐਸਚਨ ਪੁੱਟ ਕੀਤੇ ਆ। ਜਿਹੜਾ ਸੋਸ਼ਲ ਮੀਡੀਆ ਨਾਲ ਫਰਕ ਤਾਂ ਬਹੁਤ ਪਿਆ। ਜਿਹੜੀ ਨੌਜਵਾਨ ਪੀੜ੍ਹੀ ਆ, ਹੁਣ ਮੇਰੇ ਹਿਸਾਬ ਨਾਲ ਜਿਹੜੀ 2022 'ਚ ਚੋਣਾਂ ਆ ਰਹੀਆਂ, ਬਿਲਕੁਲ ਫੇਸ ਟੂ ਫੇਸ ਕੋਈ ਪੁੱਛਾਂਗੇ ਜੀ। ਅੱਛਾ, ਬਿਲਕੁਲ ਸਾਹਮਣੇ। ਜਿਹੜੀ ਨੌਜਵਾਨ ਪੀੜ੍ਹੀ ਅੱਜ ਪੜ੍ਹ ਲਿਖ ਕੇ ਡਿਗਰੀ ਡਿਪਲੋਮਾ, ਦੇਖੋ ਉਹਨਾਂ ਨੇ ਸੰਵਿਧਾਨ ਵੀ ਕਾਫੀ ਹੱਦ ਤੱਕ ਸਟੱਡੀ ਕੀਤਾ, ਕਿਉਂਕਿ ਪੜ੍ਹਾਈ ਦੇ ਵਿੱਚ ਆਉਂਦਾ ਹੈਗਾ, ਤੇ ਉਹ ਸਵਾਲ ਕਰਨਗੇ ਲੋਕ। ਬਿਲਕੁਲ ਕਰਨਗੇ ਸਰ, 2022 ਵਿੱਚ ਪਤਾ ਲੱਗ ਜਾਏਗਾ। ਜਿਹੜੀ ਨਵੀਂ ਨੌਜਵਾਨ ਜਨਰੇਸ਼ਨ ਹੈਗੀ ਹੈ, ਨੌਜਵਾਨ ਇਸ ਟਾਈਮ ਸੋਸ਼ਲ ਮੀਡੀਆ ਨਾਲ ਜੁੜੀ ਹੋਣ ਕਰਕੇ 22 ਦੇ ਵਿੱਚ ਇਹਦੇ ਵਿੱਚ ਜ਼ਰੂਰ ਜਿਹੜੇ ਐਮਐਲਏ ਐਮਪੀ ਆਉਣਗੇ ਉਹਨਾਂ ਨੂੰ ਪੁੱਛਣਗੇ ਇਹਦੇ ਬਾਰੇ। ਸਰਪੰਚ ਸਾਹਿਬ, ਜਿਵੇਂ ਹਲਕਾ ਫਲੋਰ ਦੇ ਵਿੱਚ ਜਦੋਂ ਤੁਸੀਂ ਸਰਪੰਚ ਬਣੇ ਸੀਗੇ, ਉਦੋਂ ਤੁਹਾਡੀ ਬਹੁਤ ਛੋਟੀ ਉਮਰ ਸੀਗੀ, ਤੇ ਅਸੀਂ ਕਹਿੰਦੇ ਸੀਗੇ ਪੂਰੇ ਪੰਜਾਬ ਦੇ ਵਿੱਚ ਨੌਜਵਾਨ ਸਭ ਤੋਂ ਛੋਟੀ ਉਮਰ ਦੇ ਵਿੱਚ ਸਰਪੰਚ ਨੇ ਤਾਂ ਮਨੋਹਰ ਲਾਖਾ ਜੀ ਪੱਦੀ ਜਗੀਰ ਤੋਂ ਹੈਗੇ ਨੇ। ਆਪਣੇ ਪਿੰਡ ਨੂੰ ਛੱਡ ਕੇ ਉੱਦਾਂ ਤੁਸੀਂ ਕੀ ਮਹਿਸੂਸ ਕਰਦੇ ਹੋ? ਕਿਉਂਕਿ ਤੁਸੀਂ ਨੌਜਵਾਨ ਵੀ ਹੋ, ਤੁਸੀਂ ਹਰ ਬੱਚੇ ਤੱਕ ਟੱਚ ਕੀਤਾ ਹੈਗਾ ਆ। ਜਿਹੜੀ ਪੰਜਾਬ ਦੇ ਵਿੱਚ ਜਿਹੜੀ ਨੌਜਵਾਨੀ ਹੈਗੀ ਆ ਜਾਂ ਬਚਪਨ ਹੈਗਾ ਆ, ਵੀ ਉਹਨਾਂ ਦਾ ਨਸ਼ਿਆਂ ਵੱਲ ਜਾਣਾ ਕਿੰਨੇ ਕੁ % ਤੁਸੀਂ ਮੰਨਦੇ ਹੋ? ਇਹਦੇ ਤਾਂ ਮੈਂ ਚੁੱਪੇ ਭਲੀ ਆ ਜੋ ਹਾਲਾਤ ਹੈਗੇ ਆ। ਬਿਲਕੁਲ ਜੀ, ਮਾੜੇ ਹਾਲਾਤ ਨੇ, ਬਿਲਕੁਲ ਮਾੜੇ ਹਾਲਾਤ ਆ। ਜੇ ਦਾਰੂ ਦੀ ਗੱਲ ਕਰੀਏ, ਦਾਰੂ ਜੇ ਨਹੀਂ ਮਿਲਦੀ ਤਾਂ ਸਾਡੇ ਲੋਕੀ ਜਿਹੜੇ ਭੰਗ ਨਹੀਂ ਤਾਂ ਸਿਗਰਟਾਂ, ਯਾਨੀ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਆ ਬਿਲਕੁਲ ਖਤਮ ਹੁੰਦੀ ਜਾ ਰਹੀ ਆ। ਜਿਹੜੇ ਪੜ੍ਹੇ ਲਿਖੇ ਆ ਲੋਕ ਬਾਹਰਾਂ ਨੂੰ ਭੱਜ ਰਹੇ ਆ। ਆਉਣ ਵਾਲਾ ਜਿਹੜਾ ਟਾਈਮ ਆ ਪੰਜਾਬ ਦਾ ਬੜਾ ਵਧੀਆ ਨਹੀਂ ਹੋਊਗਾ।
ਜਿਹੜੇ ਲੋਕੀ ਬਚ ਗਏ ਇੱਥੇ ਉਹ ਨਸ਼ਿਆਂ ਦੇ ਵਿੱਚ ਡੁੱਬ ਗਏ, ਜਿਹੜੇ ਥੋੜ੍ਹੇ ਬਹੁਤੇ ਪੜ੍ਹੇ ਲਿਆ ਉਹ ਬਾਹਰ ਜਾ ਰਹੇ ਆ, ਕਰ ਚੁੱਕ ਕੇ ਬਾਹਰ ਜਾਈ ਜਾਂਦੇ ਆ। ਅਤੇ ਜਿਹੜੀ ਨਵੀਂ ਪੀੜ੍ਹੀ ਆ ਬਿਲਕੁਲ ਖਤਮ ਆ, ਜੇ ਦਾਰੂ ਨਹੀਂ ਮਿਲਦੀ, ਭੰਗ ਨਹੀਂ ਮਿਲਦੀ, ਜਿਹੜਾ ਨਸ਼ਾ ਖਾਈ ਜਾ ਰਿਹਾ। ਇਹਦੇ ਵਿੱਚ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈਗੀ ਆ ਕਿ ਇਹਨਾਂ ਨੂੰ ਕੋਈ ਨਾ ਕੋਈ ਉਪਰਾਲਾ ਕਰੇ, ਇਹਨਾਂ ਦੇ ਕੰਮ ਦੀ ਸੋਚੇ, ਰੁਜ਼ਗਾਰ ਦੇਵੇ ਇਹਨਾਂ ਨੂੰ, ਇਹਨਾਂ ਦਾ ਧਿਆਨ ਜਿਹੜਾ ਹੋਰ ਪਾਸੇ ਲੱਗੇ। ਜੇ ਵਿਹਲੇ ਆ ਤਾਂ ਤੁਹਾਨੂੰ ਪਤਾ ਹੈ ਵਿਹਲੀ ਸੰਗਤ ਕਿਹੜੇ ਪਾਸੇ ਜਾਂਦੀ ਹੈ। ਸਰਪੰਚ ਸਾਹਿਬ ਇਹਦੇ ਲਈ ਕੀ ਕਹਿਣਾ ਚਾਹੋਗੇ, ਜਿਵੇਂ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਜਿਨ੍ਹਾਂ ਨੇ ਦੇਸ਼ ਨੂੰ, ਜਿਨ੍ਹਾਂ ਦੇ ਮੋਢਿਆਂ ਦੇ ਉੱਤੇ ਦੇਸ਼ ਦੀ ਵਾਗਡੋਰ ਆਉਣ ਵਾਲੇ ਸਮੇਂ ਦੇ ਵਿੱਚ ਆਉਣੀ ਹੈ, ਖਾਸ ਕਰਕੇ ਜਿਹੜੀ ਦੇਸ਼ ਦੀ ਕਰੀਮ ਹੈਗੀ ਆ, ਮੁੰਡੇ ਕੁੜੀਆਂ ਜਿਨ੍ਹਾਂ ਨੇ ਬਹੁਤ ਅੱਛੀਆਂ ਪੜ੍ਹਾਈਆਂ ਕੀਤੀਆਂ, 2-2 3-3 ਡਿਗਰੀਆਂ ਡਿਪਲੋਮੇ ਹੱਥਾਂ ਦੇ ਵਿੱਚ ਲੈ ਕੇ ਉਹ ਧੱਕੇ ਖਾਂਦੇ ਫਿਰਦੇ ਨੇ, ਲਾਸਟ ਦੇ ਵਿੱਚ ਉਹ ਆਈਲੈਟਸ ਕਰਕੇ ਵਿਦੇਸ਼ਾਂ ਵੱਲੋਂ ਰੁੱਖ ਕਰ ਲੈਂਦੇ ਨੇ। ਕੀ ਕਹਿਣਾ ਚਾਹੋਗੇ ਕਿ ਦੇਸ਼ ਦਾ ਜਿਹੜਾ ਹੈਗਾ ਉਹਨੂੰ ਸਾਂਭੇਗਾ ਕੌਣ? ਇਹਦੇ ਵਿੱਚ ਤਾਂ ਗੁੜਾ ਜੀ ਮੈਂ ਤੁਹਾਨੂੰ ਗੱਲ ਕਹਿਣਾ ਚਾਹੁੰਦਾ, ਇੱਕ ਤੁਸੀਂ ਇੱਕ ਨਿਊਜ਼ ਦੇਖੀ ਹੋਣੀ, 1-2 ਦਿਨ ਤੋਂ ਹੋ ਰਹੀ ਆ, ਜਿਹੜੇ ਸਾਡੇ ਬੱਚੇ MA B.Ed ਕੀਤੀ ਆ, ਹੈ ਨਾ, ਉਹਨੀ PhD ਕੀਤੀ ਆ, ਉਹ ਝੋਨਾ ਲਾਉਣ ਲਈ ਮਜਬੂਰ ਆ। ਠੀਕ ਆ। ਦੂਜੇ ਨੰਬਰ 'ਤੇ ਜਿਹੜੇ ਲੋਕ ਬੱਚੇ ਹੈਗੇ ਆਈਲੈਟਸ ਕਰਕੇ ਬਾਹਰ ਜਾ ਰਹੇ ਆ, ਪਰ ਜਿਹੜੇ ਉਹਨਾਂ ਦੇ ਮਾਪੇ ਹੈਗੇ ਆ ਕਰਜ਼ਾ ਚੁੱਕ ਕੇ ਉਹਨਾਂ ਨੂੰ ਪੜ੍ਹਾਉਂਦੇ ਆ, ਫਿਰ ਕਰਜ਼ਾ ਚੁੱਕ ਕੇ ਬਾਹਰ ਭੇਜਦੇ ਆ ਨਾ। ਜਿਹੜੇ ਬੱਚੇ ਇੱਥੇ ਰਹਿ ਗਏ ਆ, ਥੋੜ੍ਹੇ ਬਹੁਤੇ ਪਰਿਵਾਰ ਆ ਜਿਨ੍ਹਾਂ ਦੇ ਬੱਚੇ ਰਹਿੰਦੇ ਆ, ਜੇ ਉਹਨਾਂ ਨੂੰ ਵੀ ਕਿਤੇ ਪਾਸੇ ਕੋਈ ਬੈਂਕ ਲੋਨ ਦੇ ਦੇਵੇ ਜਾਂ ਕਿਤੇ ਹੱਥ ਵਸਲਾ ਚਾਵੇ, ਉਹ ਵੀ ਛੱਡ ਕੇ ਜਾਣ ਨੂੰ ਪੰਜਾਬ ਨੂੰ ਮਜਬੂਰ ਹੈਗੇ ਆ, ਪੰਜਾਬ ਨੂੰ ਛੱਡ ਕੇ ਬਾਹਰ ਜਾਣ ਨੂੰ ਤਿਆਰ ਹੈਗੇ ਆ। ਕਹਿਣਾ ਚਾਹੋਗੇ, ਮੰਨ ਲਓ ਆਪਣਾ ਜਿਹੜਾ ਗੁਰੂ ਘਰ ਹੈਗਾ ਕੋਲ ਜਿੱਥੋਂ ਆਵਾਜ਼ ਆ ਰਹੀ ਆ, ਜੇ ਇੱਥੋਂ ਰਾਤ ਨੂੰ ਅਨਾਉਂਸਮੈਂਟ ਹੋ ਜਾਵੇ ਸਵੇਰੇ ਜਹਾਜ਼ ਪੱਦੀ ਜਗੀਰ ਦੇ ਵਿੱਚ ਆਉਣਾ ਆ, ਇਹ ਟਿਕਟ ਜਿਹੜੀ ਆ ਮਾਣਯੋਗ ਪ੍ਰਧਾਨ ਮੰਤਰੀ ਨੇ ਖਰਚਾ ਕਰਨਾ ਹੈਗਾ, ਇੱਥੋਂ ਲੈ ਕੇ ਕੈਨੇਡਾ ਤੱਕ ਦਾ ਤੁਹਾਡਾ ਕੋਈ ਖਰਚਾ ਨਹੀਂ ਹੈਗਾ, ਪਿੰਡ ਦੇ ਵਿੱਚ ਕਿੰਨੇ ਕੁ ਲੋਕ ਬਚਣਗੇ? ਮੈਂ ਕਹਿੰਦਾ ਪਰਦੀ ਦੇ ਵਿੱਚ ਕੋਈ ਬੰਦਾ ਨਹੀਂ ਰਹੂਗਾ ਜੀ। ਜੋ ਇੱਥੇ ਦਾ ਸਿਸਟਮ ਆ, ਇੱਥੇ ਦਾ ਦੇਸ਼ ਦਾ ਸਿਸਟਮ ਹੈਗਾ ਨਾ, ਉਹਨੂੰ ਦੇਖਦੇ ਹੋ ਕੋਈ ਬੰਦਾ ਰਹਿਣ ਨੂੰ ਤਿਆਰ ਨਹੀਂ ਹੈਗਾ। ਕੋਈ ਸਿਹਤ ਸਹੂਲਤ ਨਹੀਂ, ਕੋਈ ਹੋਰ ਸਿਸਟਮ ਨਹੀਂ ਇੱਥੇ ਵਧੀਆ ਹੈਗਾ, ਤੁਸੀਂ ਦੇਖਦੇ ਹੀ ਆ। ਠੀਕ ਆ। ਕੋਈ ਵੀ ਬੰਦਾ ਇੱਥੇ ਰਹਿਣ ਨੂੰ ਤਿਆਰ ਨਹੀਂ। ਜੋ ਹਾਲਾਤ ਹੈਗੇ ਇਸ ਟਾਈਮ ਆਪਣੇ ਦੇਸ਼ ਦੇ, ਜੇ ਤਾਂ ਤੁਸੀਂ ਗੱਲ ਕੀਤੀ ਆ ਵੀ ਜੇ ਅਲੌਸਮੈਂਟ ਹੋ ਜਾਂਦੀ ਆ ਤਾਂ ਕੋਈ ਰਹਿਣ ਨੂੰ ਤਿਆਰ ਹੀ ਨਹੀਂ ਹੈਗਾ। ਸਾਰੇ ਆਪਣਾ ਗੋਲ ਬਿਸਤਰਾ ਕਰਕੇ ਸਾਰੇ ਬਿਲਕੁਲ ਸਾਰੇ ਟਰਾਲੀਆਂ ਲੱਦ ਕੇ ਹੈ ਨਾ, ਉਹ ਜਾਣਗੇ ਵੀ ਜਹਾਜ਼ ਕਿੱਥੇ ਖੜਾ, ਉੱਥੇ ਤੱਕ ਸਾਨੂੰ ਛੱਡ ਆ, ਉਹ ਕਿਹੜੀ ਚੱਲੀਏ ਅਸੀਂ, ਮਾਲ ਡੰਗਰ ਛੱਡੋ ਜਿੱਥੇ ਹੈਗਾ। ਬਿਲਕੁਲ। ਤੇ ਸਰਪੰਚ ਸਾਹਿਬ, ਜਿਵੇਂ ਤੁਸੀਂ ਬੜੀ ਬਰੀਕੀ ਦੇ ਨਾਲ ਨੌਜਵਾਨੀ ਦੀ ਦਸ਼ਾ ਦੱਸੀ ਹੈਗੀ ਆ, ਸਭ ਤੋਂ ਪਹਿਲਾਂ ਤਾਂ ਇਹ ਵੀ ਨੌਜਵਾਨੀ ਜਿਹੜੀ ਆ ਸੰਭਾਲਣ ਦੀ ਲੋੜ ਹੈਗੀ ਆ। ਜੇ ਨੌਜਵਾਨੀ ਸਾਡੇ, ਜੇ ਹੁਣ ਅੰਦਾਜ਼ਾ ਲਾਈਏ ਸਰਪੰਚ ਸਾਹਿਬ, ਜਿਸ ਘਰ ਦੇ ਵਿੱਚ ਨੌਜਵਾਨ ਇੱਕ ਮਾੜੀ ਸੰਗਤ ਵਿੱਚ ਚਲ ਜਾਂਦਾ, ਨਸ਼ਿਆਂ ਨੂੰ ਲੱਗ ਜਾਂਦਾ, ਮੰਨ ਲਓ ਚਿੱਟੇ ਨੂੰ ਲੱਗ ਜਾਂਦਾ, ਤਾਂ ਉਹ ਘਰ ਦਾ ਸੱਤਿਆਨਾਸ਼ ਹੋ ਜਾਂਦਾ, ਘਰ ਵਿਕ ਜਾਂਦਾ, ਸਮਾਜ ਦੇ ਵਿੱਚ ਕੋਹੜ ਤੇ ਉਹਨਾਂ ਦੇ ਰਿਸ਼ਤੇਦਾਰ ਚਿੰਤਾ ਦੇ ਵਿੱਚ, ਆਖਰ ਤੇ ਜੇ ਕਿਤੇ ਉਹ ਨੌਜਵਾਨ ਦੀ ਮੌਤ ਹੋ ਜਾਂਦੀ। ਆਪਾਂ ਦੇਖਦੇ ਹਾਂ ਰੋਜ਼ਾਨਾ ਹੀ ਕਿ 5 ਭੈਣਾਂ ਦਾ ਇੱਕ ਭਰਾ ਉਹ ਨਸ਼ੇ ਦੀ ਭੇਂਟ ਚੜਿਆ, ਆਪਾਂ ਰੋਜ਼ਾਨਾ ਦੇਖਦੇ ਹਾਂ। ਤੇ ਸਾਡੇ ਦੇਸ਼ ਦੀ ਜਿਹੜੀ ਜਵਾਨੀ ਆ, ਅੱਛੀ ਜਵਾਨੀ ਵਿਦੇਸ਼ਾਂ ਵੱਲ ਜਾ ਰਹੀ ਆ, ਤੇ ਬਹੁਤੀ ਜਿਹੜੀ ਜਵਾਨੀ ਆ ਉਹ ਨਸ਼ਿਆਂ ਦੇ ਰਾਹ ਪੈ ਗਈ ਆ ਜਾਂ ਪੈ ਰਹੀ ਆ। ਤੇ ਦੇਸ਼ ਦਾ ਕੀ ਬਣੂਗਾ ਜੇ ਇੱਕ ਘਰ ਦਾ ਸੱਤਿਆਨਾਸ਼ ਹੋ ਜਾਂਦਾ? ਤਾਂ ਨਿਰਮਲ ਜੀ, ਦੇ ਵਿੱਚ ਜੇਕਰ ਪਹਿਲਾਂ ਬੱਚਾ ਵਿਗੜਦਾ ਨਾ, ਉਹਦੇ ਵਿੱਚ ਮਾਪਿਆਂ ਦੀ ਲਾਪਰਵਾਹੀ ਹੁੰਦੀ ਆ ਕਿ ਮਾਪੇ ਉਹਨੂੰ ਲਾਡਲੇ ਘੋਲ ਵਿੱਚ ਉਹਨੂੰ ਨਹੀਂ ਕੁਛ ਕਹਿੰਦੇ। ਜਦੋਂ ਬੱਚਾ ਵਿਗੜ ਜਾਂਦਾ ਹੈ ਨਾ, ਜਦੋਂ ਹੱਦ ਤੋਂ ਬਾਅਦ ਵਿਗੜ ਜਾਂਦਾ, ਫਿਰ ਤੁਹਾਨੂੰ ਪਤਾ ਹੀ ਆ ਜੋ ਹਾਲਾਤ ਹੁੰਦੇ ਨਸ਼ੇ ਦੇ ਵਿੱਚ, ਕੋਈ ਘਰ ਦੀਆਂ ਚੀਜ਼ਾਂ ਵੇਚਣ ਲੱਗਦਾ, ਚੋਰੀਆਂ ਕਰਨ ਲੱਗ ਪੈਂਦਾ, ਡਾਕੇ ਕਰਨ ਲੱਗ ਪੈਂਦਾ, ਉਹਦੇ ਵਿੱਚ ਤਾਂ ਮਾਪਿਆਂ ਦਾ ਰੋਲ ਹੁੰਦਾ। ਜੋ ਅੱਜ ਕੱਲ੍ਹ ਹਾਲਾਤ ਆ, ਜਿੱਦਾਂ ਦਾ ਸਿਸਟਮ ਕਰ ਰਿਹਾ, ਜੇਕਰ ਸਰਕਾਰਾਂ, ਜੋ ਨੌਜਵਾਨ ਪੜ੍ਹੇ ਲਿਖੇ ਆ, ਜਿਹਨੇ ਗ੍ਰੈਜੂਏਸ਼ਨ ਕੀਤੀ ਆ, ਡਿਪਲੋਮੇ ਡਿਗਰੀਆਂ ਕੀਤੀਆਂ, ਜੇਕਰ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਤਾਂ ਕਰਾਹੇ ਪੈਣਗੇ, ਨਸ਼ਾ ਕਰਨਗੇ, ਲੁੱਟਾਂ ਖੋਹਾਂ ਕਰਨਗੇ। ਅਤੇ ਸਰਕਾਰ ਨੂੰ ਚਾਹੀਦਾ ਵੀ ਜਿਹੜੇ ਪੁਖਤਾ ਉਹਨਾਂ ਦੇ ਪ੍ਰਬੰਧ ਕੀਤੇ ਜਾਣ। ਜਿੰਨੇ ਬੱਚਾ ਪੜ੍ਹਿਆ ਆ, ਡਿਗਰੀ ਕੀਤੀ, ਡਿਪਲੋਮਾ ਕੀਤਾ, ਉਹਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਨੌਕਰੀ ਦੀ ਵਿਵਸਥਾ ਕੀਤੀ ਜਾਵੇ। ਜੇ ਨਹੀਂ ਕਰੂਗੇ ਤਾਂ ਮੇਰੇ ਹਿਸਾਬ ਨਾਲ ਜਿੱਦਾਂ ਅਸੀਂ ਮਾਪੇ ਹੁਣ ਪਿੱਟਦੇ ਆ ਥਤਰੀਆਂ ਮਾਰ ਕੇ ਵੀ ਸਾਡਾ ਬੱਚਾ ਸਾਡੇ ਹੱਥੋਂ ਬਾਹਰ ਨਿਕਲ ਗਿਆ, ਤੇ ਆਉਣ ਵਾਲੇ ਟਾਈਮ ਵਿੱਚ ਸਰਕਾਰਾਂ ਵੀ ਇਹ ਹਾਲਾਤ ਹੋਣਗੇ ਵੀ ਜਿਹੜਾ ਆਉਣ ਵਾਲਾ ਹਾਲਾਤ ਟਾਈਮ ਆ ਉਹ ਦੇਸ਼ ਲਈ ਬਹੁਤ ਹੀ ਮਾੜਾ ਆ ਰਿਹਾ, ਬੇਕਾਬੂ ਹੁੰਦਾ ਦਿਖਾਈ ਦੇ ਰਿਹਾ, ਬਿਲਕੁਲ ਬੇਕਾਬੂ ਹੁੰਦਾ ਰਿਹਾ। ਠੀਕ ਆ। ਕਿਉਂਕਿ ਜਿਹੜੀ ਨੌਜਵਾਨ ਜਿਹੜੀ ਸਾਡੇ ਨੌਜਵਾਨਾਂ ਜਿਹਨੀ ਆਉਣ ਲਈ ਦੇਸ਼ ਦੀ ਡੋਰ ਸਾਂਭਣੀ ਆ, ਉਹ ਨਸ਼ਿਆਂ ਦੀ ਦਲਦਲ ਵਿੱਚ ਫਸਦੇ ਜਾ ਰਹੇ ਆ। ਆਖਰ ਤੇ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤਾਂ ਕਿ ਜਿਹੜਾ ਪੰਜਾਬ ਹੈ ਮੁੜ ਸਾਡਾ ਉਹ ਸੋਨੇ ਦੀ ਚਿੜੀ ਬਣ ਸਕੇ? ਇਹ ਨੌਜਵਾਨਾਂ ਨੂੰ ਤਾਂ ਮੈਂ ਇਹੀ ਬੇਨਤੀ ਕਰੂੰਗਾ ਵੀ ਇੱਕ ਤਾਂ ਉਹਨੂੰ ਨਸ਼ਿਆਂ ਤੋਂ ਰਹਿਤ ਹੋਣਾ ਚਾਹੀਦਾ। ਦੂਜੇ ਨੰਬਰ 'ਤੇ ਜੋ ਲੱਚਰ ਗੀਤ ਆ ਰਹੇ ਆ ਉਹਨਾਂ ਨੂੰ ਬਿਲਕੁਲ ਨਹੀਂ ਧਿਆਨ ਨਾਲ ਸੁਣਨਾ ਚਾਹੀਦਾ, ਕਿ ਆਪਾਂ ਕਮੈਂਟ ਕਰਦੇ ਆ, ਉਹਨਾਂ ਦੇ ਵਿਊ ਵੱਧਦੇ ਆ, ਸਾਡੇ ਲੋਕੀ ਗਾਣਾ ਕਿਸੇ ਦਾ ਲੜਾਈਆਂ ਆਪਸ ਵਿੱਚ ਕਰੀ ਜਾਂਦੇ ਆ। ਜਿਹੜਾ ਬੰਦਾ ਦੇਸ਼ ਭਗਤੀ ਦਾ ਗਾਣਾ ਗਾਉਂਦਾ ਆ, ਜਿਹਨਾਂ ਕੋਈ ਸੇਧ ਮਿਲਦੀ ਆ, ਉਹ ਗੀਤ ਨੂੰ ਪਸੰਦ ਕਰਨਾ ਚਾਹੀਦਾ। ਨਸ਼ਿਆਂ ਤੋਂ ਰਹਿਤ ਹੋਣਾ ਚਾਹੀਦਾ। ਸ਼ਹੀਦ ਭਗਤ ਸਿੰਘ ਦੀ ਜਿਹੜੀ ਸੋਚ ਆ, ਵਿਚਾਰਧਾਰਾ ਆ, ਉੱਤੇ ਪਹਿਰਾ ਦੇਣ ਦੀ ਲੋੜ ਆ ਸਾਨੂੰ। ਠੀਕ ਆ। ਉਹਨਾਂ ਦੀਆਂ ਬੁੱਕਾਂ ਪੜ੍ਹਨੀਆਂ ਚਾਹੀਦੀਆਂ। ਅਤੇ ਮੈਂ ਹਮੇਸ਼ਾ ਇਹੀ ਕਹਿੰਦਾ ਜੋ ਸਾਨੂੰ ਭਗਤ ਸਿੰਘ ਜੀ ਦਾ ਸੁਪਨਾ ਹੈ ਉਹ ਦੁਹਰਾਇਆ, ਉਹਨੂੰ ਪੂਰਾ ਕਰਨਾ ਚਾਹੀਦਾ। ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ ਤੁਹਾਡਾ।
ਇਹ ਸਨ ਮਨੋਹਰ ਲੱਖਾ ਜੀ, ਸਾਬਕਾ ਸਰਪੰਚ ਪਿੰਡ ਪੱਦੀ ਜਗੀਰ ਤੋਂ ਨੌਜਵਾਨ ਨੇ ਔਰ ਨੌਜਵਾਨਾਂ ਨੂੰ ਬੜਾ ਅੱਛਾ ਸੰਦੇਸ਼ ਦਿੱਤਾ, ਪਰ ਚਿੰਤਾ ਵੀ ਕੀਤੀ ਹੈ ਕਿ ਨੌਜਵਾਨਾਂ ਦੀ ਦਸ਼ਾ ਵੀ ਠੀਕ ਨਹੀਂ ਹੈ ਤੇ ਦਿਸ਼ਾ ਵੀ ਠੀਕ ਨਹੀਂ ਹੈ। ਸਾਨੂੰ ਦਿਸ਼ਾ ਤੇ ਦਿਸ਼ਾ ਦੋਨਾਂ ਵੱਲ ਧਿਆਨ ਦੇਣ ਦੀ ਲੋੜ ਹੈ। ਬਹੁਤਾ ਕਸੂਰ ਜਿਹੜਾ ਆ ਉਹ ਅੱਜ ਸਾਹਮਣੇ ਆ ਰਿਹਾ ਕਿ ਸਰਕਾਰਾਂ ਦੀ ਲਾਪਰਵਾਹੀ ਦੇ ਕਾਰਨ ਹੀ ਨਸ਼ਿਆਂ ਦੀ ਗਿਣਤੀ, ਨਸ਼ਈਆਂ ਦੀ ਗਿਣਤੀ ਦੇਸ਼ ਭਰ ਦੇ ਵਿੱਚ ਵੱਧਦੀ ਜਾ ਰਹੀ ਹੈ। ਪਰ ਆਉਣ ਵਾਲਾ ਸਮਾਂ ਜਿਹੜਾ ਉਹ ਚੰਗਾ ਸੰਕੇਤ ਨਹੀਂ ਦੇ ਰਿਹਾ। ਜਿਸ ਘਰ ਦੇ ਵਿੱਚ ਨੌਜਵਾਨ ਨਸ਼ਿਆਂ ਨੂੰ ਲੱਗ ਜਾਵੇ, ਪਰਿਵਾਰ ਵੀ ਉਹ ਕਿਵੇਂ ਹੁੰਦਾ ਹੈ ਤੇ ਜਿਹੜਾ ਉਹ ਇਲਾਕਾ, ਜਿਹੜਾ ਸਮਾਜ ਹੈਗਾ ਆ, ਉੱਥੇ ਵੀ ਉਹ ਨਰਕ ਭਰੀ ਜ਼ਿੰਦਗੀ ਬਤੀਤ ਕਰਦੇ ਨੇ। ਜਿਸ ਦੇਸ਼ ਦੇ ਵਿੱਚ ਕਰੋੜਾਂ ਹੀ ਲੋਕ ਨਸ਼ਿਆਂ ਨੂੰ ਲੱਗ ਚੁੱਕੇ ਹੋਣ, ਉਹ ਵੀ ਨੌਜਵਾਨ ਪੀੜ੍ਹੀ ਜਿਨ੍ਹਾਂ ਦੇ ਮੋਢਿਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦਾ ਭਾਰ ਹੈ, ਜਿਨ੍ਹਾਂ ਦੇ ਚੁੱਕਣਾ ਹੈ ਭਾਰ ਨੂੰ, ਜਿਨ੍ਹਾਂ ਨੇ ਦੇਸ਼ ਨੂੰ ਸਾਂਭਣਾ ਹੈਗਾ, ਤੇ ਉਹ ਕਰਾਹੇ ਪੈ ਜਾਵੇ ਤਾਂ ਦੇਸ਼ ਦਾ ਕੀ ਬਣੇਗਾ। ਅੱਜ ਲੋੜ ਹੈ ਨੌਜਵਾਨ ਪੀੜ੍ਹੀ ਨੂੰ, ਸਾਡੀ ਵੀ ਅਪੀਲ ਹੈ ਕਿ ਆਓ ਸੱਚਮੁੱਚ ਜਿਹੜੇ ਕਲਾਕਾਰ ਨਸ਼ੇ, ਬੰਬ, ਬੰਦੂਕਾਂ, ਚੱਕ ਲਓ ਰਫਲਾਂ, ਕਬਜ਼ੇ ਲੈਣੇ, ਉਹਨਾਂ ਦੀਆਂ ਗੱਲਾਂ ਕਰਦੇ ਨੇ, ਆਓ ਆਪਾਂ ਉਹਨਾਂ ਨੂੰ ਦਰਕਾਰੀਏ ਤੇ ਸੱਚੀ ਮੁੱਚੀ ਦੇਸ਼ ਭਗਤੀ ਦੇ ਗੀਤ ਗਾਈਏ ਤੇ ਸੱਚੀ ਮੁੱਚੀ ਉਹ ਦੇਸ਼ ਸਿਰਜੀਏ ਜਿਹੜਾ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਹੋਣਾ ਨੇ ਸਿਰਜਿਆ ਸੀ। ਜਿਹੜਾ ਦੇਸ਼ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਦਾ ਸੁਪਨਾ ਸੀ ਕਿ ਇੱਥੇ ਬਰਾਬਰਤਾ ਹੋਵੇ। ਆਓ ਸੱਚਮੁੱਚ ਨੌਜਵਾਨ ਪੀੜ੍ਹੀ ਦੀ ਦਸ਼ਾ ਤੇ ਦਿਸ਼ਾ ਨੂੰ ਠੀਕ ਕਰੀਏ ਤੇ ਦੇਸ਼ ਨੂੰ, ਪੰਜਾਬ ਨੂੰ ਸੋਨੇ ਦੀ ਚਿੜੀ ਮੁੜ ਤੋਂ ਬਣਾਈਏ। ਬਹੁਤ ਬਹੁਤ ਧੰਨਵਾਦ।